ਪਿੰਕੀ ਅਤੇ ਰਾਸ਼ਿਦ ਹਿੰਦੁਸਤਾਨ ਵਿੱਚ ਰਹਿੰਦੇ ਨੇ। ਹਿੰਦੁਸਤਾਨ ਵਿੱਚ ਲੋਕਤੰਤਰ ਹੈ, ਸੰਵਿਧਾਨ ਹੈ ਜੋ ਆਪਣੇ ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣਨ ਦੀ ਇਜਾਜ਼ਤ ਦਿੰਦਾ ਹੈ, ਚਾਹੇ ਉਹ ਕਿਸੇ ਵੀ ਜਾਤ, ਮਜ਼ਹਬ, ਨਸਲ ਜਾਂ ਸੰਪਰਦਾਇ ਨਾਲ ਤਾਲੁਕਾਤ ਰੱਖਦਾ ਹੋਵੇ। ਪਿੰਕੀ ਅਤੇ ਰਾਸ਼ਿਦ ਨੇ ਉਸੇ ਲੋਕਤੰਤਰ ਦੇ ਸੰਵਿਧਾਨ ਨੂੰ ਮੰਨਦੇ ਹੋਏ 5 ਮਹੀਨੇ ਪਹਿਲਾਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਮੁਰਾਦਾਬਾਦ ਰਾਸ਼ਿਦ ਦੇ ਘਰ ਪਰਤ ਆਏ ਅਤੇ ਇਕੱਠੇ ਰਹਿਣ ਲੱਗੇ। ਦੋਵੇਂ ਖੁਸ਼ ਸਨ, ਵਿਆਹ ਹੋ ਚੁੱਕਾ ਸੀ, ਬਸ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣੀ ਬਾਕੀ ਸੀ। ਵਿਆਹ ਦੇ 5 ਮਹੀਨੇ ਬਾਅਦ ਪਿੰਕੀ ਗਰਭਵਤੀ ਸੀ। ਹੁਣ ਤੱਕ ਸਭ ਕੁਝ ਠੀਕ ਸੀ, ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਸਨ, ਪਰ ਖੁਸ਼ੀ ਨੂੰ ਆਉਣ ਤੋਂ ਪਹਿਲਾਂ ਹੀ ਕਾਲੇ ਕਾਨੂੰਨ ਦੀ ਨਜ਼ਰ ਲੱਗ ਗਈ। 5 ਦਸੰਬਰ ਦਾ ਦਿਨ ਸੀ। ਪਿੰਕੀ ਅਤੇ ਰਾਸ਼ਿਦ ਮੁਰਾਦਾਬਾਦ ਦੇ ਕਾਠ ਵਿੱਚ ਮੁਨਸਿਫ ਮੈਜਿਸਟ੍ਰੇਟ ਦੇ ਦਫ਼ਤਰ ਜਾ ਰਹੇ ਸਨ ਆਪਣੇ ਵਿਆਹ ਦਾ ਰਜਿਸਟ੍ਰੇਸ਼ਨ ਕਰਵਾਉਣ ਕਿ ਰਸਤੇ ਵਿੱਚ ਕੁਝ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਪੁਲਿਸ ਦੀ ਮਾਫਿਕ ਪੁੱਛਤਾਛ ਕਰਨ ਲੱਗੇ। ਪਤਾ ਲੱਗਿਆ ਕਿ ਇਹ ਲੋਕ ਬਜਰੰਗ ਦਲ ਦੇ ਵਰਕਰ ਸਨ। ਪਿੰਕੀ ਅਤੇ ਰਾਸ਼ਿਦ ਘਰ ਤੋਂ ਨਿਕਲੇ ਤਾਂ ਕਾਨੂੰਨੀ ਕਾਗਜ਼ ਤੇ ਆਪਣਾ ਵਿਆਹ ਦਰਜ ਕਰਾਉਣ ਸਨ, ਪਰ ਉਹਨਾਂ ਦਾ ਅੰਤ ਪਹਿਲਾਂ ਪੁਲਿਸ ਥਾਣੇ ਅਤੇ ਫਿਰ ਜੇਲ੍ਹ ਵਿੱਚ ਹੋਇਆ। ਪਹਿਲਾਂ ਤਾਂ ਬਜਰੰਗ ਦਲ ਦੇ ਵਰਕਰ ਪਿੰਕੀ, ਰਾਸ਼ਿਦ ਅਤੇ ਉਸ ਦੀ ਮਾਂ ਨਸੀਮ ਜਹਾਂ ਤੋਂ ਫੜ ਕੇ ਕਾਠ ਪੁਲਿਸ ਥਾਣੇ ਲੈ ਗਏ। ਪਿੰਕੀ ਕਹਿੰਦੀ ਰਹੀ ਕਿ ਉਹ 22 ਸਾਲ ਦੀ ਹੈ, ਬਾਲਗ ਹੈ, ਉਸਨੇ ਆਪਣੀ ਮਰਜ਼ੀ ਨਾਲ ਰਾਸ਼ਿਦ ਦੇ ਨਾਲ ਵਿਆਹ ਕੀਤਾ ਹੈ, ਪਰ ਪੁਲਿਸ ਨੇ ਉਸ ਦੀ ਇੱਕ ਨਾ ਸੁਣੀ। ਪੁਲਿਸ ਨੇ ਪਿੰਕੀ ਨੂੰ ਨਾਰੀ ਨਿਕੇਤਨ ਭੇਜਿਆ ਅਤੇ ਰਾਸ਼ਿਦ ਅਤੇ ਉਸਦੇ ਵੱਡੇ ਭਰਾ ਸਲੀਮ ਨੂੰ ਲਵ ਜਿਹਾਦ ਦੇ ਕੇਸ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ। ਇਸੇ ਸਾਲ 24 ਨਵੰਬਰ ਨੂੰ ਲਾਗੂ ਹੋਇਆ ਹੈ ਉੱਤਰ ਪ੍ਰਦੇਸ਼ ਵਿੱਚ ਇਹ ਨਵਾਂ ਕਾਨੂੰਨ। ਨਾਮ ਹੈ ਉੱਤਰ ਪ੍ਰਦੇਸ਼ ਨਿਧੀ ਵਿਰੁੱਧ ਧਰਮ ਸੰਪਰਵਰਤਨ ਪ੍ਰਤੀਸ਼ੇਧ ਅਧਿਆਦੇਸ਼ 2020। ਇਸ ਕਾਨੂੰਨ ਦਾ ਮਕਸਦ ਹੈ ਤਥਾਕਥਿਤ ਧਰਮ ਪਰਿਵਰਤਨ ਅਤੇ ਲਵ ਜਿਹਾਦ ਨੂੰ ਰੋਕਣਾ। ਇਸ ਦੇ ਤਹਿਤ ਅਧਿਕਤਮ 10 ਸਾਲ ਕਾਰਾਵਾਸ ਅਤੇ 50,000 ਰੁਪਏ ਜੁਰਮਾਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿੱਥੇ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ। ਜਦ ਤੋਂ ਇਹ ਕਾਨੂੰਨ ਲਾਗੂ ਹੋਇਆ ਹੈ 5 ਮਾਮਲਿਆਂ ਵਿੱਚ 23 ਤੋਂ ਵੱਧ ਲੋਕਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਜਾ ਚੁੱਕਾ ਹੈ, ਜਦਕਿ ਕਾਨੂੰਨ ਲਾਗੂ ਹੋਏ 1 ਮਹੀਨਾ ਵੀ ਪੂਰਾ ਨਹੀਂ ਹੋਇਆ ਹੈ। ਫਿਲਹਾਲ ਪਰਤਦੇ ਹਾਂ ਪਿੰਕੀ ਦੀ ਕਹਾਣੀ ਤੇ, ਜੋ ਇਸ ਕਾਨੂੰਨ ਦੇ ਲਾਗੂ ਹੋਣ ਤੋਂ 5 ਮਹੀਨੇ ਪਹਿਲਾਂ ਦੀ ਹੈ। ਲਵ ਜਿਹਾਦ ਦਾ ਕਾਨੂੰਨ ਲਾਗੂ ਹੋਣ ਦੇ ਨਾਲ ਹੀ ਚਰਚਾ ਤੇ ਕੁਚਰਚਾ ਦੋਵਾਂ ਦਾ ਕੇਂਦਰ ਬਣਿਆ ਹੋਇਆ ਹੈ। ਅਸਲ ਸਵਾਲ ਇਹ ਹੈ ਕਿ ਇੱਕ ਪਾਸੇ ਭਾਰਤ ਦਾ ਸੰਵਿਧਾਨ ਹੈ ਜੋ ਆਪਣੇ ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ, ਧਰਮ, ਸੰਪਰਦਾਇ ਵਿੱਚ ਵਿਆਹ ਦੀ ਇਜਾਜ਼ਤ ਦਿੰਦਾ ਹੈ, ਅਤੇ ਦੂਜੇ ਪਾਸੇ ਯੂਪੀ ਸਰਕਾਰ ਦਾ ਇੱਕ ਨਵਾਂ ਕਾਨੂੰਨ ਹੈ ਜੋ ਸੰਵਿਧਾਨ ਦੇ ਉਸ ਮੌਲਿਕ ਅਧਿਕਾਰ ਦਾ ਉਲੰਘਣ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਈਪੀਸੀ 'ਚ ਪਹਿਲਾਂ ਤੋਂ ਹੀ ਜਬਰਨ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਹੈ, ਦੰਡ ਦਾ ਪ੍ਰਾਵਧਾਨ ਹੈ, ਫਿਰ ਵਕਤ ਤੋਂ ਇਸ ਕਾਨੂੰਨ ਦੀ ਕੀ ਲੋੜ ਸੀ, ਇਸ ਨੂੰ ਕਿਉਂ ਲਿਆਂਦਾ ਗਿਆ ਹੈ। ਇੱਕ ਸਵਾਲ ਇਹ ਵੀ ਹੈ ਕਿ ਕੀ ਇਹ ਕਾਨੂੰਨ ਪਿੰਕੀ ਅਤੇ ਰਾਸ਼ਿਦ ਦੇ ਕੇਸ ਤੇ ਲਾਗੂ ਹੁੰਦਾ ਹੈ ਜੋ ਕਾਨੂੰਨ ਲਾਗੂ ਹੋਣ ਤੋਂ 5 ਮਹੀਨੇ ਪਹਿਲਾਂ ਦਾ ਮਾਮਲਾ ਹੈ। ਕਿ ਭਾਰਤੀ ਦੰਡ ਸੰਹਿਤਾ ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਕਾਨੂੰਨ ਲਾਗੂ ਹੋਣ ਦੀ ਤਾਰੀਖ ਤੋਂ ਪਹਿਲਾਂ ਦੇ ਮਾਮਲਿਆਂ ਤੇ ਲਾਗੂ ਹੋ ਸਕਦਾ ਹੈ। ਦਸੰਬਰ 2012 ਦਾ ਨਿਰਭਇਆ ਕੇਸ ਇਸ ਸਮੇਂ ਮੌਜੂਦ ਉਦਾਹਰਣ ਹੈ, ਜਿਸ ਕੇਸ ਨੇ ਭਾਰਤ ਦੇ ਰੇਪ ਕਾਨੂੰਨ ਅਤੇ ਜੁਵੇਨਾਈਲ ਜਸਟਿਸ ਐਕਟ ਤੱਕ ਨੂੰ ਬਦਲਣ ਦੇ ਲਈ ਮਜਬੂਰ ਕਰ ਦਿੱਤਾ। ਉਹ ਬਦਲਿਆ ਹੋਇਆ ਕਾਨੂੰਨ ਖੁਦ ਨਿਰਭਇਆ ਕੇਸ ਤੇ ਲਾਗੂ ਨਹੀਂ ਹੋਇਆ ਕਿਉਂਕਿ ਰੇਪ ਦੀ ਘਟਨਾ ਨਵਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦੀ ਸੀ। ਨਿਰਭਇਆ ਕੇਸ ਤਾਂ ਪੂਰੇ ਦੇਸ਼ ਦੀ ਭਾਵਨਾ ਉਸ ਨਾਬਾਲਿਗ ਮੁਲਜ਼ਮ ਨੂੰ ਕਠੋਰ ਦੰਡ ਦੇਣ ਦੇ ਪੱਖ ਵਿੱਚ ਸੀ, ਪਰ ਕਾਨੂੰਨ ਭਾਵਨਾ ਤੋਂ ਸੰਚਾਲਿਤ ਨਹੀਂ ਹੁੰਦੇ। ਤਾਂ ਇਸੇ ਤਰਕ ਤੇ ਕਾਨੂੰਨ ਦੀ ਨਜ਼ਰ ਦੇਖੀਏ ਤਾਂ ਕੀ ਪਿੰਕੀ ਅਤੇ ਰਾਸ਼ਿਦ ਦੇ ਨਾਲ ਜੋ ਹੋ ਰਿਹਾ ਹੈ ਉਹ ਭਾਰਤੀ ਕਾਨੂੰਨ ਦੇ ਪ੍ਰਾਵਧਾਨਾਂ ਦਾ ਹੀ ਉਲੰਘਣ ਨਹੀਂ ਹੈ। ਇਸ ਦੇ ਇਲਾਵਾ ਵੀ ਇਸ ਕਾਨੂੰਨ ਦੇ ਦੁਰਉਪਯੋਗ ਦੇ ਕਈ ਕੇਸ ਸਾਹਮਣੇ ਆਏ ਹਨ। ਹੁਣ 2 ਦਸੰਬਰ ਨੂੰ ਲਖਨਊ ਦੀ ਟੂਡਾ ਕਲੋਨੀ 'ਚ ਲੜਕਾ ਲੜਕੀ ਦੇ ਘਰ ਵਾਲਿਆਂ ਦੀ ਸਹਿਮਤੀ ਅਤੇ ਖੁਸ਼ੀ ਨਾਲ ਹੋ ਰਹੇ ਵਿਆਹ ਦੇ ਐਨ ਮੌਕੇ ਤੇ ਪੁਲਿਸ ਨੇ ਆ ਕੇ ਰੁਕਵਾ ਦਿੱਤਾ ਕਿਉਂਕਿ ਲੜਕੀ ਹਿੰਦੂ ਅਤੇ ਲੜਕਾ ਮੁਸਲਿਮ ਸੀ। ਕਲਪਨਾ ਕਰੋ ਉਸ ਦ੍ਰਿਸ਼ ਦੀ, ਘਰ ਵਿੱਚ ਵਿਆਹ ਦਾ ਮੌਕਾ ਹੈ, ਮੰਡਪ ਸਜਿਆ ਹੈ, ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ, ਦੁਲਹਨ ਵਿਆਹ ਦੇ ਜੋੜੇ 'ਚ ਸਜੀ ਬੈਠੀ ਹੈ, ਦੋਵੇਂ ਪੱਖਾਂ ਦੇ ਮਾਤਾ-ਪਿਤਾ ਵਿਆਹ 'ਚ ਸ਼ਰੀਕ ਹਨ ਅਤੇ ਐਨ ਵਕਤ ਪੁਲਿਸ ਆ ਕੇ ਵਿਆਹ ਰੁਕਵਾ ਦਿੰਦੀ ਹੈ। ਕਹਿੰਦੀ ਹੈ ਪਹਿਲਾਂ ਮੈਜਿਸਟ੍ਰੇਟ ਦੀ ਇਜਾਜ਼ਤ ਲੈ ਕੇ ਆਵੋ, ਉਸ ਤੋਂ ਬਾਅਦ ਵਿਆਹ ਹੋਵੇਗਾ। ਪਹਿਲਾਂ ਤਾਂ ਵਿਆਹ ਕਰਨ ਦੇ ਲਈ ਘਰ ਵਾਲਿਆਂ ਦੀ ਇਜਾਜ਼ਤ ਦੀ ਹੀ ਲੋੜ ਪੈਂਦੀ ਸੀ, ਹੁਣ ਸਰਕਾਰ ਦੀ ਇਜਾਜ਼ਤ ਵੀ ਲਾਜ਼ਮੀ ਹੋ ਗਈ ਹੈ। ਸੱਚ ਤਾਂ ਇਹ ਹੈ ਕਿ ਅਸਲ 'ਚ ਮੁੱਦਾ ਇਹ ਕਾਨੂੰਨ ਦਾ ਨਹੀਂ, ਬਲਕਿ ਕਾਨੂੰਨ ਦੀ ਆੜ ਵਿੱਚ ਜੋ ਹੋ ਰਿਹਾ ਹੈ ਉਹ ਹੈ ਕਾਨੂੰਨ ਦੀ ਆੜ ਵਿੱਚ ਇੱਕ ਧਰਮ ਵਿਸ਼ੇਸ਼ ਦੇ ਪ੍ਰਤੀ ਗਲਤ ਭਾਵਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਇਜਾਜ਼ਤ ਮਿਲ ਗਈ ਹੈ। ਪਿੰਕੀ ਅਤੇ ਰਾਸ਼ਿਦ ਵਰਗੇ ਕੇਸ ਜੋ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦੇ ਹਨ, ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਆਪਣੀ ਮਰਜ਼ੀ ਨਾਲ
ਅੰਤਰ ਧਾਰਮਿਕ ਵਿਆਹ ਕਰਨ ਵਾਲੇ ਸੁਤੰਤਰ ਬਾਲਿਗ ਲੋਕਾਂ ਨੂੰ ਡਰਾਇਆ ਧਮਕਾਇਆ ਅਤੇ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਅਜਿਹਾ ਤਾਂ ਭਾਰਤ ਦਾ ਲੋਕਤੰਤਰ ਕਦੇ ਨਹੀਂ ਸੀ। ਜਿਸ ਦੇਸ਼ ਨੇ 200 ਸਾਲ ਗੁਲਾਮੀ ਦੇਖੀ ਹੋਵੇ, ਆਜ਼ਾਦੀ ਦੇ ਲਈ 100 ਸਾਲ ਲੰਬੀ ਲੜਾਈ ਲੜੀ ਹੋਵੇ, ਜਿਸ ਮੁਲਕ ਦੀ ਨੀਂਹ ਨਿਆਂ, ਸਮਤਾ, ਬਰਾਬਰੀ ਅਤੇ ਲੋਕਤੰਤਰ ਦੀ ਨੀਂਹ ਤੇ ਰੱਖੀ ਗਈ ਹੋਵੇ, ਵੰਡਣ ਅਤੇ ਖਾਈ ਪੈਦਾ ਕਰਨ ਵਾਲਾ ਕੋਈ ਵੀ ਕਾਨੂੰਨ ਉਸ ਮੁਲਕ ਦੀ ਆਤਮਾ ਤੇ ਚੋਟ ਹੈ। ਹਾਲੇ ਤਾਂ ਇਹ ਕਾਨੂੰਨ ਲਾਗੂ ਹੋਏ 1 ਮਹੀਨਾ ਵੀ ਨਹੀਂ ਹੋਇਆ, ਜਾਣੇ ਕਿੰਨੇ ਪਿੰਕੀ ਅਤੇ ਰਾਸ਼ਿਦ ਇਸੇ ਕਾਨੂੰਨ ਦੀ ਜਦ ਵਿੱਚ ਆ ਸਕਦੇ ਨੇ। ਕਦੇ ਸੋਚਿਆ, ਕਦੇ ਦੇਖਿਆ ਹੋਵੇਗਾ, ਮਹਿਸੂਸ ਹੋਵੇਗਾ ਉਹ ਮੁਲਕ ਜਿੱਥੇ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨ ਦੇ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਆਪਣੇ ਆਪ ਵਿੱਚ ਹੀ ਕਈ ਵੱਡੇ ਸਵਾਲ ਖੜੇ ਕਰਨ ਵਾਲਾ ਹੈ। ਅਸਲ ਵਿੱਚ ਭਾਰਤ ਵਿੱਚ ਸ਼ੁਰੂ ਤੋਂ ਹੀ ਲਵ ਜਿਹਾਦ ਨੂੰ ਇੱਕ ਚੋਣ ਮੁੱਦੇ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇੱਕ ਧਰਮ ਵਿਸ਼ੇਸ਼ ਦੇ ਖਿਲਾਫ ਵੋਟਾਂ ਦਾ ਉਲਾਰ ਪੈਦਾ ਕਰਨ ਦੇ ਲਈ ਇਸ ਤਰ੍ਹਾਂ ਦੇ ਮਸਲੇ ਵਰਤੇ ਗਏ ਅਤੇ ਫਿਲਹਾਲ ਯੂਪੀ ਦੀ ਯੋਗੀ ਸਰਕਾਰ ਜਿਸ ਧੜੱਲੇ ਨਾਲ ਇਸ ਕਾਨੂੰਨ ਨੂੰ ਲਾਗੂ ਕਰ ਰਹੀ ਹੈ, ਉਸ ਦੇ ਪਿਛਲੀ ਮਨਸ਼ਾ ਨੂੰ ਲੈ ਕੇ ਵੀ ਵੱਡੇ ਸਵਾਲ ਉੱਠਦੇ ਹਨ। ਯੂਪੀ ਵਿੱਚ ਇਸ ਕਾਨੂੰਨ ਨੂੰ ਲਾਗੂ ਕਰ ਜਿਸ ਤਰ੍ਹਾਂ ਧੜੱਲੇ ਨਾਲ ਅੰਤਰ ਧਰਮ ਵਿਆਹਾਂ ਦੇ ਮਾਮਲਿਆਂ ਵਿੱਚ ਕਾਰਵਾਈ ਹੋ ਰਹੀ ਹੈ, ਉਹ ਆਪਣੇ ਪਿੱਛੇ ਕਈ ਵੱਡੇ ਸਵਾਲ ਛੱਡਦੀ ਹੈ। ਪਿੰਕੀ ਅਤੇ ਰਾਸ਼ਿਦ ਵਾਲੇ ਮਾਮਲੇ ਦੇ ਮੀਡੀਆ 'ਚ ਸਾਹਮਣੇ ਆਉਣ ਤੋਂ ਬਾਅਦ ਯੋਗੀ ਸਰਕਾਰ ਦੀ ਕਾਫੀ ਕਿਰਕਰੀ ਹੋਈ ਹੈ। ਫਿਲਹਾਲ ਉਮੀਦ ਹੈ ਉਹ ਇਸ ਤੋਂ ਸਬਕ ਲਵੇਗੀ ਤੇ ਅੱਗੋਂ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਨੂੰ ਜਬਰੀ ਥੋਪਣ ਦੇ ਮਾਮਲਿਆਂ ਤੇ ਕੁਝ ਨਕੇਲ ਲੱਗੇਗੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।